ओशो ਦੀ ਪੁਸਤਕ ਇੱਕ ਓਂਕਾਰ ਸਤਨਾਮ ਦਾ ਅਗਲਾ ਭਾਗ। ਨਾਨਕ ਨੇ ਹਿੰਦੂ ਤੇ ਮੁਸਲਮਾਨ ਦੋਹਾਂ ਨਕਸ਼ਿਆਂ ਵਿੱਚ ਜੋ ਸਾਰ ਸੀ ਉਸ ਨੂੰ ਨਿਚੋੜ ਲਿਆ। ਨਾਨਕ ਨੂੰ ਤੁਸੀਂ ਨਾ ਤਾਂ ਹਿੰਦੂ ਕਹਿ ਸਕਦੇ ਹੋ, ਨਾ ਤੁਸੀਂ ਮੁਸਲਮਾਨ ਕਹਿ ਸਕਦੇ ਹੋ। ਨਾਨਕ ਦੋਨੋਂ ਹਨ ਜਾਂ ਦੋਨੋਂ ਨਹੀਂ ਹਨ। ਨਾਨਕ ਨੂੰ ਸਮਝਣ 'ਚ ਲੋਕਾਂ ਨੂੰ ਬੜੀ ਮੁਸ਼ਕਿਲ ਹੋਈ। ਨਾਨਕ ਦੇ ਸੰਬੰਧ 'ਚ ਪੁਰਾਣਾ ਅਖਾਣ ਹੈ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ। ਉਹ ਦੋਨੋਂ ਹਨ ਅਤੇ ਉਹਨਾਂ ਦੇ ਦੋ ਚੇਲੇ ਸਨ, ਮਰਦਾਨਾ ਤੇ ਬਾਲਾ, ਇੱਕ ਮੁਸਲਮਾਨ, ਇੱਕ ਹਿੰਦੂ। ਨਾ ਹਿੰਦੂ ਦੇ ਮੰਦਰ ਵਿੱਚ ਉਹਨਾਂ ਨੂੰ ਥਾਂ ਹੈ, ਨਾ ਮੁਸਲਮਾਨ ਦੀ ਮਸਜਿਦ ਵਿੱਚ ਉਹਨਾਂ ਨੂੰ ਥਾਂ ਹੈ। ਦੋਹਾਂ ਥਾਵਾਂ ਤੇ ਸੰਦੇਹ, ਸ਼ੱਕ ਹੈ ਕਿ ਇਹ ਆਦਮੀ ਹੈ ਕਿਹੜੀ ਥਾਂ, ਇਹਨੂੰ ਅਸੀਂ ਕਿਹੜੀ ਸ਼੍ਰੇਣੀ 'ਚ ਰੱਖੀਏ, ਕਿੱਥੇ ਬਿਠਾਈਏ। ਜੋ ਵੀ ਮਹੱਤਵਪੂਰਨ ਸੀ ਹਿੰਦੂ ਵਿੱਚ, ਜੋ ਵੀ ਮਹੱਤਵਪੂਰਨ ਸੀ ਮੁਸਲਮਾਨ ਵਿੱਚ, ਉਹਨਾਂ ਦੋਹਾਂ ਨਦੀਆਂ ਦਾ ਸੰਗਮ ਹੈ ਨਾਨਕ, ਜੋ ਵੀ ਸਾਰ ਸੀ। ਇਸ ਲਈ ਸਿੱਖ ਨਾ ਹਿੰਦੂ ਹੈ ਨਾ ਮੁਸਲਮਾਨ, ਜਾਂ ਤਾਂ ਉਹ ਦੋਨੋਂ ਹਨ ਜਾਂ ਫਿਰ ਦੋਨੋਂ ਨਹੀਂ ਹਨ। ਉਹ ਇੱਕ ਸੰਗਮ ਹੈ। ਇਹ ਜਿਹੜਾ ਸੰਗਮ ਹੈ, ਇਸ ਸੰਗਮ ਨੂੰ ਸਮਝਣਾ ਹੋਰ ਔਖਾ ਹੋ ਜਾਂਦਾ ਹੈ, ਕਿਉਂਕਿ ਇੱਕ ਨਦੀ ਦਾ ਸਾਫ਼ ਸੁਥਰਾ ਨਕਸ਼ਾ ਹੁੰਦਾ ਹੈ। ਹੁਣ ਇਹ ਦੋ ਨਦੀਆਂ ਦਾ ਨਕਸ਼ਾ ਇਕੱਠਾ ਮਿਲ ਗਿਆ। ਇਸ ਲਈ ਕੁਝ ਵਚਨ ਖਬਰ ਦਿੰਦੇ ਹਨ ਇਸਲਾਮ ਦੀ, ਕੁਝ ਵਚਨ ਖਬਰ ਦਿੰਦੇ ਹਨ ਹਿੰਦੂਆਂ ਦੀ, ਤੇ ਦੋਨੋਂ ਮਿਲ ਕੇ ਹੋਰ ਧੁੰਦਲੇ ਹੋ ਜਾਂਦੇ ਹਨ। ਇਹ ਧੁੰਦਲਾਪਨ ਤਦ ਹਟੇਗਾ ਜਦ ਕੋਈ ਪ੍ਰਯੋਗ ਵਿੱਚ ਉਤਰੇਗਾ, ਤਾਂ ਹੌਲੀ ਹੌਲੀ ਗੱਲ ਸਾਫ਼ ਹੁੰਦੀ ਜਾਏਗੀ। ਜੇਕਰ ਤੁਸੀਂ ਛਾਤੀ ਉੱਤੇ ਰੱਖ ਲਏ ਸ਼ਾਸਤਰ, ਜਿਵੇਂ ਕਿ ਹੋ ਰਿਹਾ, ਸਿੱਖ ਪੂਜ ਰਿਹਾ ਸ਼ਾਸਤਰਾਂ ਨੂੰ, ਇਸ ਲਈ ਗ੍ਰੰਥ ਹੀ ਗੁਰੂ ਹੋ ਗਿਆ। ਤੇ ਬੜੇ ਮਜ਼ੇ ਦੀ ਗੱਲ ਹੈ ਕਿ ਅਸੀਂ ਭੁੱਲਾਂ ਨੂੰ ਕਿਵੇਂ ਦੁਹਰਾਉਂਦੇ ਹਾਂ। ਨਾਨਕ ਮੱਕੇ ਗਏ ਤਾਂ ਮੱਕੇ ਦੇ ਪ੍ਰਧਾਨ ਨੇ ਉਹਨਾਂ ਨੂੰ ਆ ਕੇ ਕਿਹਾ ਕਿ ਆਪਣੇ ਪੈਰ ਦੂਜੀ ਦਿਸ਼ਾ ਵੱਲ ਕਰੋ। ਤੁਹਾਡੇ ਪੈਰ ਪਵਿੱਤਰ ਪੱਥਰ ਦੇ ਵੱਲ, ਕਾਬੇ ਦੇ ਵੱਲ ਹਨ। ਤਾਂ ਕਹਾਣੀ ਹੈ, ਨਾਨਕ ਨੇ ਕਿਹਾ ਪਰਮਾਤਮਾ ਜਿੱਥੇ ਨਹੀਂ ਉੱਥੇ ਮੇਰੇ ਪੈਰ ਕਰ ਦਿਓ। ਕਹਾਣੀ ਇਹ ਹੈ, ਜਿੱਥੇ ਜਿੱਥੇ ਉਹਨਾਂ ਦੇ ਪੈਰ ਘੁਮਾਉਂਦੇ ਗਏ, ਕਾਬਾ ਉੱਧਰ ਉੱਧਰ ਘੁੰਮਦਾ ਗਿਆ। ਲੇਕਿਨ ਇੱਕ ਪ੍ਰਤੀਕ ਹੈ, ਅਰਥ ਇੰਨਾ ਹੀ ਹੈ ਕਿ ਤੁਸੀਂ ਪੈਰ ਕਿਤੇ ਵੀ ਕਰੋਗੇ ਉੱਥੇ ਪਰਮਾਤਮਾ ਹੈ, ਤਾਂ ਪੈਰ ਕਿੱਥੇ ਕਰੋਗੇ, ਉਹ ਸਾਰੇ ਪਾਸੇ ਹੈ। ਸਵਰਨ ਮੰਦਰ ਅੰਮ੍ਰਿਤਸਰ 'ਚ ਮੈਨੂੰ ਸੱਦਾ ਦਿੱਤਾ ਕਿ ਮੈਂ ਆਵਾਂ। ਮੈਂ ਗਿਆ ਤਾਂ ਮੈਂ ਤਾਂ ਕੋਈ ਟੋਪੀ ਨਹੀਂ ਪਾਉਂਦਾ। ਦਰਵਾਜ਼ੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਬੜੀ ਮੁਸ਼ਕਿਲ ਹੈ, ਤੁਹਾਨੂੰ ਸਿਰ ਉੱਤੇ ਕੱਪੜਾ ਬੰਨ੍ਹਣਾ ਹੀ ਪਏਗਾ। ਇਹ ਤਾਂ ਪਰਮਾਤਮਾ ਦਾ ਮੰਦਰ ਹੈ, ਇਹਦੇ 'ਚ ਸਿਰ 'ਤੇ ਟੋਪੀ ਚਾਹੀਦੀ ਹੈ। ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਭੁੱਲ ਗਏ ਕਿ ਨਾਨਕ ਦੇ ਨਾਲ ਕਾਬੇ 'ਚ ਕੀ ਹੋਇਆ ਸੀ। ਤਾਂ ਹੁਣ ਜਿੱਥੇ ਮੈਂ ਖਲੋਤਾ ਬਿਨਾਂ ਟੋਪੀ ਤੋਂ, ਕੀ ਇੱਥੇ ਪਰਮਾਤਮਾ ਨਹੀਂ ਹੈ, ਇੱਥੇ ਮੰਦਰ ਨਹੀਂ? ਪਰ ਭੁੱਲਾਂ ਉਸੇ ਤਰ੍ਹਾਂ ਦੁਹਰਾਈਆਂ ਜਾਂਦੀਆਂ ਹਨ। ਮੈਂ ਉਹਨਾਂ ਨੂੰ ਕਿਹਾ ਦੱਸੋ ਮੈਨੂੰ ਉਹ ਥਾਂ ਜਿੱਥੇ ਮੈਂ ਬਿਨਾਂ ਟੋਪੀ ਤੋਂ ਰਹਿ ਸਕਦਾ ਹਾਂ। ਤੇ ਤੁਸੀਂ ਵੀ ਇਸ਼ਨਾਨ ਕਰਦੇ ਹੋਗੇ ਤਾਂ ਪਗੜੀ ਉਤਾਰ ਹੀ ਦਿੰਦੇ ਹੋਗੇ, ਉਸ ਵੇਲੇ ਪਰਮਾਤਮਾ ਦਾ ਅਪਮਾਨ ਹੁੰਦਾ ਹੋਏਗਾ। ਤੁਸੀਂ ਵੀ ਤਾਂ ਰਾਤੀ ਸੌਂਦੇ ਹੋਗੇ ਤਦ ਪਗੜੀ ਲਾਉਂਦੇ ਹੋਗੇ, ਉਸ ਵੇਲੇ ਪਰਮਾਤਮਾ ਦਾ ਅਪਮਾਨ ਹੁੰਦਾ ਹੋਏਗਾ। ਆਦਮੀ ਦੀਆਂ ਨਾ ਸਮਝੀਆਂ ਉੱਥੇ ਦੀਆਂ ਉੱਥੇ ਹੀ ਹਨ। ਬੁੱਧ ਕੁਝ ਕਹਿਣ, ਬੁੱਧ ਨੂੰ ਮੰਨਣ ਵਾਲਾ ਸਾਰਾ ਕੁਝ ਲਿਪ ਪੋਚ ਦਿੰਦਾ ਹੈ। ਨਾਨਕ ਕੁਝ ਕਹਿਣ, ਨਾਨਕ ਨੂੰ ਮੰਨਣ ਵਾਲੇ ਸਾਰਾ ਕੁਝ ਲਿਪ ਪੋਚ ਦਿੰਦੇ ਹਨ। ਫਿਰ ਉਹੀ ਜਾਲ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਦਮੀ ਦੀ ਨਾ ਸਮਝੀ 'ਚ ਕੋਈ ਫਰਕ ਨਹੀਂ, ਉਹਦੇ ਬਹਿਰੇਪਨ 'ਚ ਕੋਈ ਫਰਕ ਨਹੀਂ। ਸੁਣ ਲੈਂਦਾ ਹੈ, ਆਪਣੇ ਮਤਲਬ ਕੱਢ ਲੈਂਦਾ ਹੈ, ਆਪਣੇ ਮਤਲਬ ਨਾਲ ਚੱਲਦਾ ਹੈ। ਜੋ ਸੁਣਿਆ ਹੈ ਉਹਦੇ ਅਨੁਭਵ ਨਾਲ ਨਹੀਂ। ਇਹ ਜੋ ਸ਼ਬਦ ਹਨ, ਨਾਨਕ ਕਹਿੰਦੇ ਹਨ, ਕੋਈ ਕਿੰਨੇ ਹੀ ਗੀਤ ਗਾਵੇ, ਇਹਨੂੰ ਕੋਈ ਪੂਰਾ ਨਹੀਂ ਕਰ ਸਕਿਆ। ਵੱਖਰੇ ਵੱਖਰੇ ਲੋਕ ਉਹਦੇ ਵੱਖਰੇ ਵੱਖਰੇ ਗੀਤ ਗਾਉਂਦੇ ਹਨ, ਕਿਉਂਕਿ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਪਾਸਿਓਂ ਉਹਦੇ ਵੱਲ ਪੁੱਜਦੇ ਹਨ। ਉਹਨਾਂ ਦੇ ਗੀਤਾਂ 'ਚ ਕੋਈ ਵਿਰੋਧ ਵੀ ਨਹੀਂ ਹੈ। ਕਿੰਨਾ ਹੀ ਵਿਰੋਧ ਵਿਖਾਈ ਦੇਵੇ, ਵੇਦ ਵੀ ਉਹੀ ਕਹਿੰਦੇ ਹਨ ਜੋ ਕੁਰਾਨ ਕਹਿੰਦਾ ਹੈ। ਲੇਕਿਨ ਮੁਹੰਮਦ ਦੇ ਪੁੱਜਣ ਦਾ ਢੰਗ ਹੋਰ,
ਯਾਗਵਲਕਿਆ ਦੇ ਪੁੱਜਣ ਦਾ ਢੰਗ ਹੋਰ, ਬੁੱਧ ਵੀ ਉਹੀ ਕਹਿੰਦੇ ਹਨ ਜੋ ਨਾਨਕ ਕਹਿੰਦੇ ਹਨ, ਪਰ ਪੁੱਜਣ ਦਾ ਢੰਗ ਹੋਰ। ਅਨੰਤ ਦੁਆਰ ਹਨ ਉਸਦੇ, ਤੁਸੀਂ ਜਿੱਥੋਂ ਵੀ ਜਾਓ ਉਹੀ ਉਹਦਾ ਦੁਆਰ ਹੈ। ਤੇ ਤਦ ਤੁਸੀਂ ਆਪਣੇ ਦੁਆਰ ਦਾ ਵਰਣਨ ਕਰੋਗੇ ਤੇ ਤੁਸੀਂ ਜਿਸ ਰਾਹ ਤੋਂ ਜਾਓਗੇ ਉਸ ਰਾਹ ਦਾ ਵਿਖਿਆਨ ਕਰੋਗੇ। ਦੂਜਾ ਜਿਹੜੇ ਰਾਹ ਪੁੱਜਾ ਹੈ ਉਸੇ ਰਾਹ ਦਾ ਵਿਖਿਆਨ ਕਰੇਗਾ। ਫਿਰ ਰਾਹ ਨਾਲ ਹੀ ਫਰਕ ਨਹੀਂ ਪੈਂਦਾ, ਤੁਹਾਡੀ ਸਮਝ, ਤੁਹਾਡੀ ਦ੍ਰਿਸ਼ਟੀ, ਤੁਹਾਡੀ ਭਾਵ ਦਸ਼ਾ। ਇੱਕ ਬਗੀਚੇ 'ਚ ਕਵੀ ਆਉਂਦਾ ਹੈ ਤਾਂ ਗੀਤ ਗਾਉਂਦਾ ਹੈ, ਚਿੱਤਰਕਾਰ ਆਉਂਦਾ ਹੈ ਤਾਂ ਚਿੱਤਰ ਬਣਾਉਂਦਾ ਹੈ, ਫੁੱਲਾਂ ਦਾ ਸੌਦਾਗਰ ਆਉਂਦਾ ਹੈ ਤਾਂ ਫੁੱਲਾਂ ਦੀ ਕੀਮਤ ਦੇ ਸੰਬੰਧ 'ਚ ਸੋਚਦਾ ਹੈ, ਵਪਾਰ ਦੀ ਗੱਲ ਸੋਚਦਾ ਹੈ। ਵਿਗਿਆਨਕ ਆ ਜਾਏਗਾ ਤਾਂ ਫੁੱਲਾਂ ਦਾ ਵਿਸ਼ਲੇਸ਼ਣ ਕਰਕੇ ਵੇਖੇਗਾ ਕਿ ਉਹਨਾਂ 'ਚ ਰਸਾਇਣਿਕ ਤੱਤ ਕੀ ਹਨ। ਕੋਈ ਆਦਮੀ ਜਿਹੜਾ ਨਸ਼ੇ ਨਾਲ ਭਰਿਆ ਹੋਵੇ ਉਹ ਲੰਘ ਜਾਏਗਾ, ਉਹਨੂੰ ਫੁੱਲ ਵਿਖਾਈ ਨਹੀਂ ਪੈਣਗੇ। ਉਹ ਬਗੀਚੇ 'ਚੋਂ ਲੰਘਿਆ ਹੈ, ਉਹਦਾ ਵੀ ਉਹਨੂੰ ਪਤਾ ਨਹੀਂ ਲੱਗੇਗਾ। ਤੁਸੀਂ ਜੋ ਵੀ ਵੇਖੋਗੇ ਉਹ ਤੁਹਾਡੀ ਖਿੜਕੀ 'ਚ ਦੇਖਿਆ ਗਿਆ, ਤੁਹਾਡੀ ਖਿੜਕੀ ਦਾ ਆਕਾਰ ਉਹਦੇ ਉੱਤੇ ਛਾ ਜਾਏਗਾ। ਨਾਨਕ ਕਹਿੰਦੇ ਹਨ, ਕੋਈ ਉਹਦੇ ਬਲ ਦਾ ਗੁਣ ਗਾਉਂਦੇ ਹਨ ਕਿ ਉਹ ਮਹਾ ਸ਼ਕਤੀਸ਼ਾਲੀ ਹੈ, ਪਰਮ ਸ਼ਕਤੀਸ਼ਾਲੀ ਹੈ, ਓਮਨੀਪੋਟੈਂਟ, ਸਰਵ ਸ਼ਕਤੀਸ਼ਾਲੀ ਹੈ। ਕੋਈ ਉਹਦੇ ਦਾਨ ਦਾ ਗੀਤ ਗਾਉਂਦੇ ਹਨ ਕਿ ਉਹ ਪਰਮ ਦਾਤਾ ਹੈ। ਕੋਈ ਉਹਦੇ ਗੁਣ ਤੇ ਖੂਬਸੂਰਤੀ ਦਾ ਵਿਖਿਆਨ ਕਰਦੇ ਹਨ ਕਿ ਉਹ ਪਰਮ ਸੁੰਦਰ ਹੈ। ਕੋਈ ਉਹਨੂੰ ਕਹਿੰਦੇ ਹਨ ਸਤਿਆ, ਕੋਈ ਉਹਨੂੰ ਕਹਿੰਦੇ ਹਨ ਸ਼ਿਵ, ਕੋਈ ਉਹਨੂੰ ਕਹਿੰਦੇ ਹਨ ਸੁੰਦਰ। ਰਵਿੰਦਰ ਨਾਥ ਨੇ ਲਿਖਿਆ ਹੈ ਕਿ ਮੈਂ ਉਸਨੂੰ ਖੂਬਸੂਰਤੀ 'ਚ ਪਾਇਆ ਹੈ। ਇਸ ਤੋਂ ਪਰਮਾਤਮਾ ਦੇ ਸੰਬੰਧ 'ਚ ਕੋਈ ਖਬਰ ਨਹੀਂ ਮਿਲਦੀ। ਰਵਿੰਦਰ ਨਾਥ ਦੇ ਸੰਬੰਧ 'ਚ ਖਬਰ ਮਿਲਦੀ ਹੈ। ਗਾਂਧੀ ਕਹਿੰਦੇ ਹਨ ਕਿ ਉਹ ਮੇਰੇ ਲਈ ਸਤਿਆ ਹੈ, ਟਰੁਥ ਇਜ਼ ਗੋਡ। ਇਸ ਤੋਂ ਪਰਮਾਤਮਾ ਦੇ ਸੰਬੰਧ 'ਚ ਕੋਈ ਖਬਰ ਨਹੀਂ ਮਿਲਦੀ। ਗਾਂਧੀ ਦੇ ਸੰਬੰਧ 'ਚ ਖਬਰ ਮਿਲਦੀ ਹੈ। ਕਵੀ ਲਈ ਸੁੰਦਰਤਾ ਵਿੱਚ ਪਰਮਾਤਮਾ ਹੈ, ਪਰਮ ਸੁੰਦਰਤਾ। ਗਾਂਧੀ ਕਵੀ ਨਹੀਂ ਹਨ। ਗਾਂਧੀ ਤੋਂ ਘੱਟ ਕਵੀ ਲੱਭਣਾ ਮੁਸ਼ਕਿਲ ਹੈ। ਉਹ ਬਿਲਕੁਲ ਹਿਸਾਬੀ ਕਿਤਾਬੀ ਹਨ। ਕਵਿਤਾ ਨਹੀਂ, ਹਿਸਾਬ। ਹਿਸਾਬ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਪਰਮਾਤਮਾ ਸਤਿਆ ਹੈ। ਪ੍ਰੇਮ ਦੀ ਦ੍ਰਿਸ਼ਟੀ ਨਾਲ ਵੇਖਣ ਤੇ ਤਾਂ ਪ੍ਰੇਮੀ, ਪ੍ਰੀਤਮ, ਪਿਆਰਾ। ਕਿਸ ਦ੍ਰਿਸ਼ਟੀ ਨਾਲ ਅਸੀਂ ਵੇਖਦੇ ਹਾਂ, ਸਾਡੀ ਦ੍ਰਿਸ਼ਟੀ ਦੀ ਖਬਰ ਮਿਲਦੀ ਹੈ। ਉਸ ਨਾਲ ਉਹ ਸਭ ਹੈ ਇਕੱਠਾ, ਹੋਰ ਕੋਈ ਵੀ ਨਹੀਂ ਹੈ। ਇਸ ਲਈ ਮਹਾਂਵੀਰ ਦਾ ਇੱਕ ਬਹੁਤ ਅਨੋਖਾ ਪ੍ਰਯੋਗ ਹੈ ਚਿੰਤਨ ਦੇ ਸੰਬੰਧ ਵਿੱਚ ਕਿ ਜਦ ਤੱਕ ਤੁਹਾਡੀ ਦ੍ਰਿਸ਼ਟੀ ਨਾ ਛੁੱਟ ਜਾਏ ਤਦ ਤੱਕ ਤੁਸੀਂ ਉਹਨੂੰ ਨਹੀਂ ਜਾਣ ਸਕੋਗੇ, ਕਿਉਂਕਿ ਤੁਸੀਂ ਜੋ ਵੀ ਜਾਣੋਗੇ ਉਹ ਤੁਹਾਡੀ ਦ੍ਰਿਸ਼ਟੀ ਹੋਏਗੀ। ਮਹਾਂਵੀਰ ਉਸਨੂੰ ਕਹਿੰਦੇ ਹਨ ਨਯ ਦ੍ਰਿਸ਼ਟੀ। ਤੇ ਦਰਸ਼ਨ ਤਦ ਮਿਲੇਗਾ ਜਦ ਸਾਰੀ ਦ੍ਰਿਸ਼ਟੀ ਛੁੱਟ ਜਾਏਗੀ, ਪਰ ਤਦ ਤੁਸੀਂ ਚੁੱਪ ਹੋ ਜਾਓਗੇ, ਕਿਉਂਕਿ ਬਿਨਾਂ ਵੇਖਿਆ ਤੁਸੀਂ ਬੋਲੋਗੇ ਕਿਵੇਂ। ਤੇ ਜਦ ਕੋਈ ਵੀ ਦ੍ਰਿਸ਼ਟੀ ਨਹੀਂ ਹੋਏਗੀ ਤਦ ਉਹਦੇ ਵਰਗੇ ਹੋ ਜਾਓਗੇ, ਤਦ ਬੋਲੋਗੇ ਕਿਵੇਂ। ਤਦ ਤੁਸੀਂ ਓਨੇ ਹੀ ਵਿਸਤੀਰਣ ਹੋ ਜਾਓਗੇ, ਤਦ ਤੁਸੀਂ ਆਕਾਸ਼ ਦੇ ਨਾਲ ਲੀਨ ਹੋ ਜਾਓਗੇ, ਤੁਸੀਂ ਬੋਲੋਗੇ ਕਿਵੇਂ। ਤੁਸੀਂ ਵਿਖਰੇ ਹੀ ਨਹੀਂ ਰਹੋਗੇ। ਸਾਰੀਆਂ ਦ੍ਰਿਸ਼ਟੀਆਂ ਵੱਖਰੇ ਹੋਣ ਵਾਲੇ ਦੀਆਂ ਦ੍ਰਿਸ਼ਟੀਆਂ ਹਨ। ਇਸ ਲਈ ਨਾਨਕ ਸਾਰੀਆਂ ਦੀਆਂ ਦ੍ਰਿਸ਼ਟੀਆਂ ਗਿਣਾਉਂਦੇ ਹਨ। ਉਹ ਇਹ ਕਹਿ ਰਹੇ ਹਨ ਕਿ ਇਹ ਸਾਰੇ ਠੀਕ ਹਨ ਤੇ ਕੋਈ ਵੀ ਪੂਰਾ ਠੀਕ ਨਹੀਂ ਹੈ। ਜਦ ਕੋਈ ਅਧੂਰੇ ਨੂੰ ਪੂਰਾ ਹੋਣ ਦਾ ਦਾਅਵਾ ਕਰਦਾ ਹੈ ਤਦ ਭੁਲੇਖਾ ਹੋ ਜਾਂਦਾ ਹੈ। ਸੰਪਰਦਾਇ ਦਾ ਅਰਥ ਹੈ ਤੁਸੀਂ ਅਧੂਰੀ ਦ੍ਰਿਸ਼ਟੀ ਨੂੰ ਪੂਰਾ ਹੋਣ ਦਾ ਦਾਅਵਾ ਕਰ ਦਿੱਤਾ। ਸੰਪਰਦਾਇ ਨੂੰ ਧਰਮ ਕਹਿਣ ਦਾ ਅਰਥ ਹੈ ਕਿ ਤੁਸੀਂ ਅਧੂਰੀ ਦ੍ਰਿਸ਼ਟੀ ਪੂਰੀ ਹੋਣ ਦੀ ਘੋਸ਼ਣਾ ਕਰ ਦਿੱਤੀ ਕਿ ਇਹੀ ਦ੍ਰਿਸ਼ਟੀ ਪੂਰੀ ਹੈ। ਇਸ ਲਈ ਇੱਕ ਸੰਪਰਦਾਇ ਦੂਜੇ ਸੰਪਰਦਾਇ ਦੇ ਵਿਰੋਧ ਵਿੱਚ ਹੈ। ਸਾਰੇ ਸੰਪਰਦਾਇ ਧਰਮ ਦੀਆਂ ਦ੍ਰਿਸ਼ਟੀਆਂ ਹਨ, ਹੋਰ ਕੋਈ ਸੰਪਰਦਾਇ ਧਰਮ ਨਹੀਂ ਹੈ। ਜੇਕਰ ਅਸੀਂ ਸਾਰੇ ਮੁਮਕਿਨ ਸੰਪਰਦਾਇ ਨੂੰ ਮਿਲਾ ਦਈਏ ਤਾਂ ਧਰਮ ਪੈਦਾ ਹੋਏਗਾ। ਤੇ ਜਿਹੜੇ ਸੰਪਰਦਾਇ ਹੋਏ ਹਨ, ਜੋ ਹੈਣ ਤੇ ਜੋ ਹੋਣਗੇ,
ਜੇਕਰ ਅਸੀਂ ਸਾਰੀਆਂ ਦ੍ਰਿਸ਼ਟੀਆਂ ਨੂੰ ਇਕੱਠਾ ਕਰ ਦਈਏ ਤਾਂ ਧਰਮ ਹੋਏਗਾ। ਕੋਈ ਸੰਪਰਦਾਇ ਧਰਮ ਨਹੀਂ ਹੈ। ਸੰਪਰਦਾਇ ਸ਼ਬਦ ਬਹੁਤ ਚੰਗਾ ਹੈ। ਸੰਪਰਦਾਇ ਦਾ ਅਰਥ ਹੈ ਰਾਹ। ਸੰਪਰਦਾਇ ਦਾ ਅਰਥ ਹੈ ਪੁੱਜਣ ਦਾ ਰਸਤਾ। ਧਰਮ ਦਾ ਅਰਥ ਹੈ ਮੰਜ਼ਿਲ। ਮੰਜ਼ਿਲ ਇੱਕ, ਰਾਹ ਅਨੇਕ ਹਨ। ਨਾਨਕ ਕਹਿੰਦੇ ਹਨ, ਕੋਈ ਬਲ ਦਾ ਮਾਣ ਕਰਦਾ ਹੈ, ਕੋਈ ਗੁਣਾਂ ਦਾ ਗਾਨ ਕਰਦਾ ਹੈ, ਕੋਈ ਉਸਦੇ ਦਾਨ ਦਾ ਗੀਤ ਗਾਉਂਦਾ ਹੈ, ਕੋਈ ਉਸਦੀ ਸੁੰਦਰਤਾ ਦੀ ਚਰਚਾ ਕਰਦਾ ਹੈ, ਕੋਈ ਉਸ ਵਿਦਿਆ ਦਾ ਵਰਣਨ ਕਰਦਾ ਹੈ ਜਿਸ ਦਾ ਵਿਚਾਰ ਕਠਿਨ ਹੈ। ਕੋਈ ਇਹ ਗਾਉਂਦੇ ਹਨ ਕਿ ਉਸਨੇ ਦੇਹ ਦੀ ਰਚਨਾ ਕੀਤੀ ਹੈ ਤੇ ਫਿਰ ਉਹੀ ਦੇਹ ਨੂੰ ਮਿਟਾਉਂਦਾ ਹੈ। ਕੋਈ ਕਹਿੰਦੇ ਹਨ ਜੀਵ ਫਿਰ ਉਸੇ ਤੋਂ ਹੀ ਦੇਹ ਗ੍ਰਹਿਣ ਕਰਦਾ ਹੈ। ਕੋਈ ਕਹਿੰਦੇ ਹਨ ਉਹ ਬਹੁਤ ਦੂਰ ਵਿਖਾਈ ਦਿੰਦਾ ਹੈ। ਕੋਈ ਕਹਿੰਦੇ ਹਨ ਉਹ ਬਹੁਤ ਨੇੜੇ ਹੈ। ਕੋਈ ਗਾਉਂਦੇ ਹਨ ਉਹ ਸਾਨੂੰ ਵੇਖਦਾ ਹੈ ਤੇ ਸਰਵ ਵਿਆਪੀ ਹੈ। ਉਸਦੇ ਗੁਣਗਾਨ ਦਾ ਅੰਤ ਨਹੀਂ। ਕਥਨਾ ਕਥੀ ਨਾ ਆਵੈ ਟੋਟ। ਕਹਿੰਦੇ ਕਹਿੰਦੇ ਥੱਕ ਜਾਂਦੇ ਆ ਤੇ ਉਸਦੇ ਗੁਣਗਾਨ ਦਾ ਕੋਈ ਅੰਤ ਨਹੀਂ ਆਉਂਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜ 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 ਵਾਰ ਕਹਿਣ ਨਾਲ ਵੀ ਉਹ ਅਣਕਿਆ ਹੀ ਪਿੱਛੇ ਛੁੱਟ ਜਾਂਦਾ ਹੈ। ਦਾਤਾ ਦਿੰਦਾ ਹੀ ਰਹਿੰਦਾ ਹੈ। ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ। ਇਹ ਬਹੁਤ ਮਹੱਤਵਪੂਰਨ ਵਚਨ ਹੈ। ਜੀਵਨ ਉਹੀ ਦਿੰਦਾ ਹੈ, ਸਵਾਸ ਉਹੀ ਚਲਾਉਂਦਾ ਹੈ, ਧੜਕਣ 'ਚ ਉਹੀ ਧੜਕਦਾ ਹੈ। ਉਹ ਦਿੰਦਾ ਹੀ ਰਹਿੰਦਾ ਹੈ। ਉਹਦੇ ਦੇਣ 'ਚ ਕੋਈ ਅੰਤ ਨਹੀਂ। ਉਹਦੇ ਬਦਲੇ ਸਾਥੋਂ ਕੁਝ ਮੰਗਦਾ ਵੀ ਨਹੀਂ। ਇਸ ਲਈ ਤਾਂ ਜੀਵਨ ਤੁਹਾਨੂੰ ਸਸਤਾ ਮਾਲੂਮ ਹੁੰਦਾ ਹੈ ਤੇ ਚੀਜ਼ਾਂ ਮਹਿੰਗੀਆਂ ਮਾਲੂਮ ਹੁੰਦੀਆਂ। ਤੁਸੀਂ ਜੀਵਨ ਗੁਆਉਣ ਨੂੰ ਕਦੇ ਵੀ ਰਾਜ਼ੀ ਹੋ, ਧਨ ਗੁਆਉਣ ਨੂੰ ਨਹੀਂ, ਕਿਉਂਕਿ ਧਨ ਲੱਗਦਾ ਹੈ ਬੜੀ ਮੁਸ਼ਕਿਲ ਚੀਜ਼ ਹੈ। ਜੀਵਨ ਤਾਂ ਮੁਫਤ 'ਚ ਮਿਲਦਾ ਹੈ। ਉਹ ਤੁਹਾਨੂੰ ਜੋ ਵੀ ਦਿੱਤਾ ਹੈ ਮੁਫਤ ਹੈ। ਉਹਦੇ ਬਦਲੇ 'ਚ ਤੁਸੀਂ ਕੁਝ ਵੀ ਨਹੀਂ ਦਿੱਤਾ। ਤੇ ਜਿਸ ਦਿਨ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਏਗਾ ਕਿ ਜੋ ਵੀ ਮਿਲਿਆ ਹੈ ਉਸਦੇ 'ਚ ਮੇਰੀ ਪਾਤਰਤਾ ਕੀ ਹੈ, ਜੇਕਰ ਮੈਂ ਨਾ ਹੁੰਦਾ ਤਾਂ ਹਰਜ਼ ਕੀ ਸੀ। ਤੁਹਾਡੇ ਅੰਦਰ ਜਿਹੜੀ ਜੀਵਨ ਦੀ ਸੰਭਾਵਨਾ ਬਣੀ ਹੈ ਤੇ ਤੁਹਾਡੇ ਅੰਦਰ ਜਿਹੜਾ ਚੇਤਨਾ ਦਾ ਫੁੱਲ ਖਿੜਿਆ ਹੈ, ਜੇਕਰ ਨਾ ਖਿੜਦਾ ਤਾਂ ਤੁਸੀਂ ਕਿਸ ਦੇ ਕੋਲ ਸ਼ਿਕਾਇਤ ਕਰਦੇ। ਤੇ ਤੁਹਾਡੀ ਕੀ ਯੋਗਤਾ ਹੈ ਕਿ ਤੁਹਾਨੂੰ ਜੀਵਨ ਮਿਲੇ? ਤੁਸੀਂ ਕਿਸ ਤਰ੍ਹਾਂ ਇਹਨੂੰ ਅਰਜਿਤ ਕੀਤਾ? ਹਰ ਨਿੱਕੀ ਨਿੱਕੀ ਚੀਜ਼ ਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਇੱਕ ਦਫ਼ਤਰ 'ਚ ਕਲਰਕ ਹੋ, ਉਹਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਇੱਕ ਸਕੂਲ 'ਚ ਮਾਸਟਰ ਹੋ, ਉਹਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਉਹਨੂੰ ਅਰਜਿਤ ਕਰਦੇ ਹੋ। ਤੁਸੀਂ ਜੀਵਨ ਦੇ ਲਈ ਕੀ ਕੀਤਾ, ਕਿਵੇਂ ਅਰਜਿਤ ਕੀਤਾ? ਉਹ ਦਾਨ ਹੈ, ਉਹ ਤੁਹਾਨੂੰ ਇਵੇਂ ਹੀ ਮਿਲਿਆ ਹੈ। ਤੁਹਾਡੀ ਕੋਈ ਪਾਤਰਤਾ ਦੇ ਕਾਰਨ ਨਹੀਂ। ਤੇ ਜਿਸ ਦਿਨ ਤੁਹਾਨੂੰ ਇਹ ਪ੍ਰਤੀਤੀ ਹੋਏਗੀ ਉਸ ਦਿਨ ਪ੍ਰਾਰਥਨਾ ਜਨਮੇਗੀ। ਉਸ ਦਿਨ ਤੁਸੀਂ ਕਹੋਗੇ ਮੈਂ ਕੀ ਕਰਾਂ, ਮੈਂ ਕਿਵੇਂ ਧੰਨਵਾਦ ਪ੍ਰਗਟ ਕਰਾਂ, ਮੈਂ ਕਿਵੇਂ ਤੇਰੇ ਕਰਜ਼ ਨੂੰ ਉਤਾਰਾਂ। ਪ੍ਰਾਰਥਨਾ ਮੰਗ ਨਹੀਂ ਹੈ। ਪ੍ਰਾਰਥਨਾ ਜੋ ਪਹਿਲਾਂ ਤੋਂ ਹੀ ਮਿਲਿਆ ਹੈ ਉਸ ਦਾ ਧੰਨਵਾਦ ਹੈ। ਤੇ ਪ੍ਰਾਰਥਨਾ ਦੇ ਦੋ ਭੇਦ ਹਨ। ਤੁਸੀਂ ਜਦੋਂ ਮੰਦਰ ਜਾਂਦੇ ਹੋ ਤਾਂ ਮੰਗਣ ਜਾਂਦੇ ਹੋ, ਤੁਹਾਡੀ ਪ੍ਰਾਰਥਨਾ ਝੂਠੀ ਹੈ। ਨਾਨਕ ਵੀ ਜਾਂਦੇ ਹਨ, ਉਹ ਧੰਨਵਾਦ ਦੇਣ ਜਾਂਦੇ ਹਨ। ਉਹ ਕਹਿਣ ਜਾਂਦੇ ਹਨ ਜੋ ਤੂੰ ਦਿੱਤਾ ਹੈ ਉਹ ਭਰੋਸੇ ਤੋਂ ਬਾਹਰ ਹੈ। ਕੋਈ ਕਾਰਨ ਨਹੀਂ ਮੇਰੇ ਅੰਦਰ ਕਿ ਮੈਨੂੰ ਮਿਲੇ, ਕੋਈ ਮੇਰੀ ਯੋਗਤਾ ਨਹੀਂ। ਨਾ ਮਿਲੇ ਸ਼ਿਕਾਇਤ ਕਰਨ ਦਾ ਕੋਈ ਉਪਾਅ ਨਹੀਂ ਤੇ ਤੂੰ ਦਿੰਦਾ ਹੀ ਚਲਿਆ ਜਾਂਦਾ ਹੈ। ਪਰਮਾਤਮਾ ਅਨੰਤ ਦਾਨੀ ਹੈ, ਕੁਦਰਤ ਦਿੰਦੀ ਹੀ ਚਲੀ ਜਾਂਦੀ ਹੈ ਅਤੇ ਅਸੀਂ ਸਾਥੋਂ ਬਹੁਤੇ ਅਕਿਰਤ ਘਣ ਸਵਾਰਥੀ ਲੋਕ ਲੱਭਣੇ ਔਖੇ ਹਨ। ਅਸੀਂ ਧੰਨਵਾਦ ਵੀ ਨਹੀਂ ਦੇ ਸਕਦੇ। ਉਸ ਦੇ ਦੇਣ ਦਾ ਅੰਤ ਨਹੀਂ ਹੈ ਤੇ ਸਾਡੀ ਅਕਿਰਤ ਘਣਤਾ ਦਾ ਕੋਈ ਅੰਤ ਨਹੀਂ। ਅਸੀਂ ਧੰਨਵਾਦ ਵੀ ਪ੍ਰਗਟ ਨਹੀਂ ਕਰ ਸਕਦੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਧੰਨਵਾਦ, ਕਿ ਅਸੀਂ ਆਭਾਰੀ ਹਾਂ, ਕਿ ਤੇਰਾ ਸ਼ੁਕਰੀਆ। ਇੰਨਾ ਵੀ ਸਾਥੋਂ ਨਹੀਂ ਹੁੰਦਾ। ਓਨੇ 'ਚ ਵੀ ਸਾਨੂੰ ਔਖਿਆਈ ਮਾਲੂਮ ਹੁੰਦੀ ਹੈ। ਸਾਡਾ ਕੰਠ ਅਵਰੁੱਧ ਹੋ ਜਾਂਦਾ ਹੈ। ਤੁੱਛ ਗੱਲਾਂ ਲਈ ਧੰਨਵਾਦ ਦੇ ਦਿੰਦੇ ਹੋ। ਤੁਹਾਡਾ ਰੁਮਾਲ ਡਿੱਗ ਪਿਆ ਹੈ,
ਕਿਸੇ ਨੇ ਚੁੱਕ ਕੇ ਦੇ ਦਿੱਤਾ, ਤੁਸੀਂ ਉਹਨੂੰ ਕਹਿੰਦੇ ਹੋ ਧੰਨਵਾਦ। ਤੇ ਜਿਹਨੂੰ ਤੁਹਾਨੂੰ ਜੀਵਨ ਦਿੱਤਾ, ਤੁਸੀਂ ਉਹਦੇ ਲਈ ਧੰਨਵਾਦ ਦੇਣ ਵੀ ਕਦੇ ਨਹੀਂ ਗਏ। ਤੇ ਜਦ ਵੀ ਤੁਸੀਂ ਗਏ ਹੋ ਸ਼ਿਕਾਇਤ ਲੈ ਕੇ ਗਏ ਹੋ, ਜਦ ਵੀ ਤੁਸੀਂ ਗਏ ਹੋ ਤਾਂ ਇਹ ਦੱਸਣ ਗਏ ਹੋ ਕਿ ਕੀ ਤੂੰ ਗਲਤ ਕਰ ਰਿਹਾ ਹੈ। ਮੇਰਾ ਮੁੰਡਾ ਬਿਮਾਰ ਪਿਆ ਹੈ, ਕਿ ਮੇਰੀ ਪਤਨੀ ਦੁਰਵਿਹਾਰ ਕਰ ਰਹੀ ਹੈ, ਕਿ ਧੰਦਾ ਠੀਕ ਨਹੀਂ ਚੱਲ ਰਿਹਾ, ਤੇ ਤੁਸੀਂ ਆਪਣੀਆਂ ਸ਼ਿਕਾਇਤਾਂ ਨੂੰ ਬਹੁਤ ਵਧਾ ਲੈਂਦੇ ਹੋ। ਤਾਂ ਤੁਹਾਡੀਆਂ ਸ਼ਿਕਾਇਤਾਂ ਦਾ ਅੰਤਿਮ ਜੋੜ ਇਹ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਤੂੰ ਹੈ ਹੀ ਨਹੀਂ, ਤੂੰ ਜੇਕਰ ਹੈ ਤਾਂ ਇਹ ਚੀਜ਼ਾਂ ਪੂਰੀਆਂ ਕਰ। ਨਾਸਤਿਕਤਾ ਦਾ ਅਰਥ ਹੈ ਤੁਹਾਡੀਆਂ ਸ਼ਿਕਾਇਤਾਂ ਇੰਨੀਆਂ ਵੱਧ ਗਈਆਂ ਕਿ ਹੁਣ ਤੁਸੀਂ ਪਰਮਾਤਮਾ ਨੂੰ ਮੰਨ ਨਹੀਂ ਸਕਦੇ। ਤੁਸੀਂ ਆਪਣੀਆਂ ਸ਼ਿਕਾਇਤਾਂ ਦੇ ਕਾਰਨ ਪਰਮਾਤਮਾ ਦੀ ਹੱਤਿਆ ਕਰ ਦਿੰਦੇ ਹੋ। ਆਸਤਿਕਤਾ ਦਾ ਕੀ ਅਰਥ ਹੈ? ਆਸਤਿਕਤਾ ਦਾ ਅਰਥ ਹੈ ਤੁਹਾਡਾ ਆਹੋ ਭਾਵ ਇੰਨਾ ਵੱਧ ਗਿਆ, ਤੁਹਾਡਾ ਧੰਨਵਾਦ ਇੰਨਾ ਵੱਧ ਗਿਆ, ਤੁਸੀਂ ਇੰਨੇ ਸ਼ੁਕਰਾਨੇ ਭਾਵ ਨਾਲ ਭਰ ਗਏ ਹੋ ਕਿ ਉਹ ਤੁਹਾਨੂੰ ਸਾਰੇ ਪਾਸੇ ਵਿਖਾਈ ਦੇਣ ਲੱਗ ਪੈਂਦਾ ਹੈ। ਹਰ ਪਾਸੇ ਉਸ ਦਾ ਹੱਥ, ਹਰ ਥਾਂ ਉਸ ਦੀ ਹੋਂਦ, ਹਰ ਥਾਂ ਤੇ ਉਸ ਦਾ ਅਹਿਸਾਸ ਹੋਣ ਲੱਗਦਾ ਹੈ। ਆਸਤਿਕਤਾ ਧੰਨਵਾਦ ਦੀ ਪਰਮ ਸਥਿਤੀ ਹੈ। ਨਾਸਤਿਕਤਾ ਸ਼ਿਕਾਇਤ ਦਾ ਆਖਰੀ ਰੂਪ ਹੈ। ਨਾਨਕ ਇਹ ਕਹਿ ਰਹੇ ਹਨ ਕਿ ਜਦ ਦਾਤਾ ਦੇਈ ਜਾਂਦਾ ਹੈ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ, ਪਰ ਦਾਤਾ ਨਹੀਂ ਥੱਕਦਾ। ਯੁੱਗ ਯੁਗਾਂਤਰਾਂ ਤੋਂ ਜੀਵ ਉਹਦਾ ਭੋਗ ਕਰ ਰਹੇ ਹਨ, ਪਰ ਉਹਦਾ ਅੰਤ ਨਹੀਂ ਹੈ। ਤੁਸੀਂ ਉਹਨੂੰ ਕਿੰਨਾ ਹੀ ਭੋਗੋ, ਤੁਸੀਂ ਉਹਦਾ ਦੇਣ ਦੇ ਨਹੀਂ ਸਕੋਗੇ। ਤੁਹਾਡਾ ਭੋਗ ਇਹੋ ਜਿਹਾ ਹੈ ਜਿਵੇਂ ਕੋਈ ਚਮਚਾ ਲੈ ਕੇ ਸਮੁੰਦਰ ਦੇ ਕੰਢੇ ਬੈਠਾ ਹੋਵੇ ਤੇ ਚਮਚੇ ਨਾਲ ਸਮੁੰਦਰ ਨੂੰ ਖਾਲੀ ਕਰ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਕਦੇ ਨਾ ਕਦੇ ਉਹ ਸਮੁੰਦਰ ਨੂੰ ਖਾਲੀ ਕਰ ਲਵੇ, ਕਿਉਂਕਿ ਚਮਚੇ ਦੀ ਵੀ ਸੀਮਾ ਹੈ ਤੇ ਸਮੁੰਦਰ ਦੀ ਵੀ ਸੀਮਾ ਹੈ। ਲੇਕਿਨ ਤੁਸੀਂ ਪਰਮਾਤਮਾ ਨੂੰ ਖਾਲੀ ਨਹੀਂ ਕਰ ਸਕੋਗੇ, ਕਿਉਂਕਿ ਉਹਦੀ ਕੋਈ ਸੀਮਾ ਨਹੀਂ। ਅਨੰਤ ਕਾਲ ਤੋਂ ਤੁਸੀਂ ਭੋਗ ਰਹੇ ਹੋ, ਅਨੇਕ ਰੂਪਾਂ 'ਚ ਤੁਸੀਂ ਭੋਗਦੇ ਹੋ, ਤੇ ਤੁਹਾਡੇ ਹਿਰਦੇ 'ਚੋਂ ਧੰਨਵਾਦ ਦੀ ਆਵਾਜ਼ ਵੀ ਨਹੀਂ ਉੱਠੀ। ਤੁਸੀਂ ਇੱਕ ਵਾਰੀ ਵੀ ਆਕਾਸ਼ ਵੱਲ ਅੱਖ ਚੁੱਕ ਕੇ ਨਹੀਂ ਕਿਹਾ ਕਿ ਮੈਂ ਧੰਨ ਭਾਗੀ ਹਾਂ, ਤੂੰ ਜੋ ਦਿੱਤਾ ਉਹ ਅਪਰੰਪਾਰ ਹੈ। ਜਦ ਵੀ ਤੁਸੀਂ ਉਹਦੇ ਕੋਲ ਗਏ ਸ਼ਿਕਾਇਤ ਲੈ ਕੇ ਹੀ ਗਏ, ਤੇ ਜਦ ਵੀ ਤੁਸੀਂ ਕੁਝ ਕਿਹਾ ਨਾਰਾਜ਼ਗੀ ਜ਼ਾਹਿਰ ਕੀਤੀ, ਜਦ ਵੀ ਤੁਸੀਂ ਗਏ ਇਹੀ ਕਿਹਾ ਕਿ ਤੁਹਾਡੀ ਯੋਗਤਾ ਤਾਂ ਬਹੁਤੀ ਹੈ ਪਰ ਮਿਲਿਆ ਘੱਟ ਹੈ। ਕੁਛ ਦਿਨ ਹੋਏ ਇੱਕ ਵੱਡਾ ਅਫਸਰ ਦਿੱਲੀ ਤੋਂ ਮੈਨੂੰ ਮਿਲਣ ਆਇਆ। ਵੱਡੀ ਤੋਂ ਵੱਡੀ ਪਦਵੀ ਉੱਤੇ ਹਨ, ਲੇਕਿਨ ਜਿੰਨੀ ਵੱਡੀ ਪਦਵੀ ਤੇ ਹੋਣ ਉਨੀਆਂ ਸ਼ਿਕਾਇਤਾਂ ਵੱਧ ਜਾਂਦੀਆਂ ਹਨ, ਕਿਉਂਕਿ ਉਹ ਸੋਚਦੇ ਹਨ ਉਹਨਾਂ ਨੂੰ ਮੰਤਰੀ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਉਹ ਮੈਨੂੰ ਕਹਿਣ ਲੱਗੇ, ਹੋਰ ਤਾਂ ਸਭ ਠੀਕ ਹੈ, ਕੋਈ ਰਾਹ ਦੱਸੋ ਜਿਸ ਨਾਲ ਮੇਰੇ ਨਾਲ ਜੀਵਨ 'ਚ ਜਿਹੜਾ ਅਨਿਆਏ ਹੋਇਆ ਹੈ ਉਹਨੂੰ ਮੈਂ ਸਹਿਣ ਵਿੱਚ ਸਮਰੱਥ ਹੋ ਜਾਵਾਂ। ਅਨਿਆਈ ਕੀ ਹੋਇਆ? ਅਨਿਆਈ ਇਹ ਹੋਇਆ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ, ਤੇ ਜਿਸ ਪਦਵੀ ਦੇ ਮੈਂ ਲਾਇਕ ਹਾਂ ਉਸ ਤੋਂ ਨੀਵਾਂ ਰਹਿ ਗਿਆ। ਸਾਰਿਆਂ ਨੂੰ ਅਜਿਹਾ ਲੱਗਦਾ ਹੈ ਕਿ ਇਸ ਲਈ ਹਰ ਆਦਮੀ ਇਸ ਦੁੱਖ ਵਿੱਚ ਜਿਉਂਦਾ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ। ਮੈਂ ਲਾਇਕ ਤਾਂ ਸੀ ਕਿ ਵਾਈਸ ਚਾਂਸਲਰ ਹੋ ਜਾਂਦਾ ਤੇ ਪਿੰਡ ਦੇ ਇੱਕ ਸਕੂਲ 'ਚ ਮਾਸਟਰ ਹੋ ਗਿਆ। ਲਾਇਕ ਤਾਂ ਸੀ ਕਿ ਮਾਲਿਕ ਹੋ ਜਾਂਦਾ, ਬਣਿਆ ਹਾਂ ਚਪੜਾਸੀ, ਤੇ ਇਹ ਸਥਿਤੀ ਸਦਾ ਬਣੀ ਰਹਿੰਦੀ ਹੈ। ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਉਹ ਵੀ ਸੋਚ ਰਿਹਾ ਕਿ ਹੁਣ ਮੇਰੀ ਯੋਗਤਾ ਤਾਂ ਇਹ ਤੋਂ ਵੀ ਵੱਡੀ ਹੈ, ਲੇਕਿਨ ਹੁਣ ਵਿਸਥਾਰ ਦਾ ਕੋਈ ਉਪਾਅ ਵਿਖਾਈ ਨਹੀਂ ਦਿੰਦਾ ਕਿ ਮੈਂ ਸਾਰੀ ਦੁਨੀਆ ਦਾ ਮਾਲਕ ਕਿਵੇਂ ਹੋ ਜਾਵਾਂ। ਤੁਸੀਂ ਸਿਕੰਦਰਾਂ ਨੂੰ ਤ੍ਰਿਪਤ ਨਹੀਂ ਕਰ ਸਕਦੇ, ਤੇ ਸਾਰੇ ਸਿਕੰਦਰ ਹਨ, ਛੋਟੇ ਮੋਟੇ ਵੱਡੇ, ਲੇਕਿਨ ਸਿਕੰਦਰ ਹਨ। ਸਾਰਿਆਂ ਦੀ ਵੱਡੀ ਖਾਹਿਸ਼ ਹੈ, ਤੇ ਖਾਹਿਸ਼ ਤੁਹਾਤੋਂ ਵੀ ਅੱਗੇ ਜਾਂਦੀ ਹੈ। ਤੁਸੀਂ ਹਮੇਸ਼ਾ ਪਿੱਛੇ ਰਹਿੰਦੇ ਹੋ, ਤੇ ਲਿਆਕਤ ਤੁਹਾਨੂੰ ਸਦਾ ਬਹੁਤ ਮਾਲੂਮ ਹੁੰਦੀ ਹੈ। ਇਹ ਅਧਾਰਮਿਕ ਆਦਮੀ ਦਾ ਲੱਛਣ ਹੈ। ਧਾਰਮਿਕ ਆਦਮੀ ਦਾ ਲੱਛਣ ਇਹ ਹੈ ਕਿ ਜੋ ਮਿਲ ਜਾਏ ਉਹ ਮੇਰੀ ਲਿਆਕਤ ਤੋਂ ਬਹੁਤਾ ਹੈ। ਥੋੜ੍ਹਾ ਸੋਚੋ, ਦੇਖੋ, ਜੋ ਤੁਹਾਨੂੰ ਮਿਲਿਆ ਹੈ ਤੁਹਾਡੀ ਲਿਆਕਤ ਨਾਲੋਂ ਬਹੁਤਾ ਹੈ ਜਾਂ ਘੱਟ, ਉਹ ਸਦਾ ਬਹੁਤਾ ਹੈ।
ਉਹ ਹਮੇਸ਼ਾ ਹੀ ਜ਼ਿਆਦਾ ਹੈ, ਕਿਉਂਕਿ ਕੁਝ ਵੀ ਅਸੀਂ ਅਰਜਿਤ ਨਹੀਂ ਕੀਤਾ ਹੈ। ਇਹ ਵਿਰਾਟ ਜੀਵਨ ਸਾਨੂੰ ਇਵੇਂ ਹੀ ਦਾਨ 'ਚ ਮਿਲਿਆ ਹੈ। ਅਸੀਂ ਮੰਗਿਆ ਵੀ ਨਹੀਂ ਸੀ, ਬਿਨ ਮੰਗੇ ਮਿਲਿਆ, ਫਿਰ ਵੀ ਅਹੋ ਭਾਵ ਪੈਦਾ ਨਹੀਂ ਹੁੰਦਾ। ਨਾਨਕ ਕਹਿ ਰਹੇ ਹਨ, ਉਹਨੂੰ ਜੁਗਾਂ ਜੁਗਾਂ ਤੱਕ ਭੋਗ ਕੇ ਵੀ ਅਸੀਂ ਚੁਕਾ ਨਹੀਂ ਪਾਉਂਦੇ, ਉਹਦਾ ਦੇਣ ਨਹੀਂ ਦੇ ਸਕਦੇ। ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਇਹ ਬਹੁਤ ਗਹਿਰੀ ਚਾਬੀ ਹੈ ਤੇ ਨਾਨਕ ਦੇ ਵਿਚਾਰ ਦਾ ਵੱਡਾ ਮਹੱਤਵਪੂਰਨ ਹਿੱਸਾ ਇਹਦੇ 'ਚ ਲੁਕਿਆ ਹੈ। ਉਹ ਇਹ ਹੈ, ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮ ਨਾਲ ਦੁਨੀਆ ਨੂੰ ਚਲਾ ਰਿਹਾ ਹੈ ਤੇ ਸਦਾ ਤੁਹਾਨੂੰ ਹੁਕਮ ਦਿੰਦਾ ਹੈ। ਜੇਕਰ ਤੁਹਾਡੇ ਕੋਲ ਥੋੜ੍ਹੀ ਵੀ ਸੁਣਨ ਦੀ ਸਮਝ ਹੋਵੇ ਤਾਂ ਤੁਸੀਂ ਉਹਦੇ ਹੁਕਮ ਨੂੰ ਸਮਝ ਸਕਦੇ ਹੋ, ਉਹਦੇ ਅਨੁਸਾਰ ਚੱਲ ਸਕਦੇ ਹੋ। ਤੁਸੀਂ ਸੁਣਦੇ ਹੀ ਨਹੀਂ। ਤੁਸੀਂ ਚੋਰੀ ਕਰਨ ਜਾਂਦੇ ਹੋ, ਅੰਦਰੋਂ ਕਹਿੰਦਾ ਨਾ ਕਰੋ। ਇੱਕ ਵਾਰ ਕਹਿੰਦਾ, 2 ਵਾਰ ਕਹਿੰਦਾ, 1000 ਵਾਰ ਕਹਿੰਦਾ, ਤੁਸੀਂ ਜਾਈ ਜਾਂਦੇ ਹੋ, ਤੁਸੀਂ ਕਰਦੇ ਹੀ ਜਾਂਦੇ ਹੋ। ਫਿਰ ਹੌਲੀ ਹੌਲੀ ਉਹ ਆਵਾਜ਼ ਮੱਧਮ ਹੁੰਦੀ ਜਾਂਦੀ ਹੈ, ਤੁਸੀਂ ਬੋਲੇ ਹੋ ਜਾਂਦੇ ਹੋ, ਫਿਰ ਤੁਹਾਨੂੰ ਉਹ ਸੁਣਾਈ ਵੀ ਨਹੀਂ ਦਿੰਦੀ, ਫਿਰ ਵੀ ਉਹ ਆਵਾਜ਼ ਦੇਈ ਜਾਂਦਾ ਹੈ। ਤੁਸੀਂ ਅਜਿਹਾ ਪਾਪੀ ਨਹੀਂ ਲੱਭ ਸਕੋਗੇ ਜਿਹਦੇ ਅੰਦਰ ਆਵਾਜ਼ ਖੋ ਗਈ ਹੋਵੇ, ਹੁਕਮ ਗਵਾਚ ਗਿਆ ਹੋਵੇ। ਤੁਸੀਂ ਅਜਿਹਾ ਬੁਰਾ ਆਦਮੀ ਨਹੀਂ ਲੱਭ ਸਕੋਗੇ ਜਿਹਨੂੰ ਉਹ ਅਜੇ ਵੀ ਆਵਾਜ਼ ਨਾ ਦੇ ਰਿਹਾ ਹੋਵੇ। ਉਹ ਕਦੇ ਥੱਕਦਾ ਨਹੀਂ ਤੇ ਨਿਰਾਸ਼ ਨਹੀਂ ਹੁੰਦਾ। ਤੁਸੀਂ ਕਿੰਨਾ ਹੀ ਬੁਰਾ ਕਰੋ, ਪਰਮਾਤਮਾ ਤੁਹਾਡੇ ਤੋਂ ਨਿਰਾਸ਼ ਨਹੀਂ ਹੈ। ਹੋਰ ਉਹ ਤੁਹਾਨੂੰ ਕਦੇ ਵੀ ਇਸ ਹਾਲਤ ਵਿੱਚ ਨਹੀਂ ਮੰਨਦਾ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ। ਤੁਸੀਂ ਕਦੇ ਵੀ ਉਸ ਦੇ ਲਈ ਲਾ ਇਲਾਜ ਨਹੀਂ ਹੋ। ਤੁਹਾਡਾ ਰੋਗ ਕਿੰਨਾ ਹੀ ਵੱਧ ਜਾਏ, ਉਹਦਾ ਇਲਾਜ ਸੰਭਵ ਹੈ। ਪਰਮਾਤਮਾ ਦੀ ਅਨੰਤ ਆਸ਼ਾ, ਅਨੰਤ ਸੰਭਾਵਨਾ ਹੈ। ਉਹ ਤੁਹਾਡੇ ਤੋਂ ਨਿਰਾਸ਼ ਨਹੀਂ ਹੁੰਦਾ। ਅਜਿਹਾ ਹੋਇਆ, ਇੱਕ ਸੂਫੀ ਫਕੀਰ ਹੋਇਆ ਬਾਈਜ਼ੀਦ। ਉਹਦੇ ਗੁਆਂਢ ਇੱਕ ਆਦਮੀ ਸੀ ਜਿਹੜਾ ਬਹੁਤ ਬੁਰਾ ਆਦਮੀ ਸੀ। ਲੁਟੇਰਾ, ਚੋਰ, ਬੇਈਮਾਨ, ਦਗਾਬਾਜ਼, ਹੱਤਿਆਰਾ, ਸਭ ਤਰ੍ਹਾਂ ਦੇ ਪਾਪ ਉਹਨੇ ਕੀਤੇ ਸੀ। ਪੂਰਾ ਪਿੰਡ ਉਸ ਤੋਂ ਭੈਭੀਤ ਸੀ। ਇੱਕ ਦਿਨ ਬਾਈਜ਼ੀਦ ਨੇ ਪ੍ਰਾਰਥਨਾ ਕੀਤੀ, ਪਰਮਾਤਮਾ ਨੂੰ ਕਿਹਾ, ਮੈਂ ਤੇਥੋਂ ਕਦੇ ਕੁਝ ਨਹੀਂ ਮੰਗਿਆ, ਲੇਕਿਨ ਇਹ ਆਦਮੀ ਹੁਣ ਬਹੁਤ ਜ਼ਿਆਦਾ ਉਪੱਦਰ ਕਰ ਰਿਹਾ ਹੈ, ਇਸ ਆਦਮੀ ਨੂੰ ਹਟਾ ਲੈ। ਤੇ ਬਾਈਜ਼ੀਦ ਨੇ ਆਪਣੇ ਅੰਦਰੋਂ ਆਵਾਜ਼ ਸੁਣੀ ਕਿ ਮੈਂ ਉਹਦੇ ਕੋਲੋਂ ਨਹੀਂ ਥੱਕਿਆ ਤਾਂ ਤੂੰ ਉਸ ਤੋਂ ਕਿਉਂ ਥੱਕ ਗਿਆ? ਤੇ ਮੈਨੂੰ ਜਦ ਹੁਣ ਵੀ ਉਹਦੇ ਉੱਤੇ ਭਰੋਸਾ ਹੈ ਤਾਂ ਤੂੰ ਵੀ ਭਰੋਸਾ ਰੱਖ। ਕਿੰਨੇ ਹੀ ਪਾਪ ਤੁਸੀਂ ਕੀਤੇ ਹੋਣ, ਕਿੰਨਿਆਂ ਹੀ ਜਨਮਾਂ ਤੱਕ ਪਰਮਾਤਮਾ ਨੂੰ ਤੁਸੀਂ ਥਕਾ ਨਹੀਂ ਸਕਦੇ। ਨਾ ਭੋਗ ਨਾਲ ਚੁਕਾ ਸਕਦੇ ਹੋ, ਨਾ ਪਾਪ ਨਾਲ ਥਕਾ ਸਕਦੇ ਹੋ। ਉਹ ਹੁਣ ਵੀ ਆਵਾਜ਼ ਦੇਈ ਜਾਂਦਾ ਹੈ, ਉਹ ਕਦੇ ਨਿਰਾਸ਼ ਨਹੀਂ ਹੁੰਦਾ। ਤੇ ਜੇਕਰ ਤੁਸੀਂ ਜ਼ਰਾ ਸ਼ਾਂਤ ਹੋ ਕੇ ਸੁਣੋ, ਉਹਦੀ ਮੱਧਮ ਆਵਾਜ਼ ਤੁਹਾਨੂੰ ਸੁਣਾਈ ਦੇਏਗੀ। ਤੇ ਜਦ ਵੀ ਤੁਸੀਂ ਕੁਝ ਕਰਦੇ ਹੋ, ਉਹ ਆਵਾਜ਼ ਤੁਹਾਨੂੰ ਰਾਹ ਦੱਸਦੀ ਹੈ। ਨਾਨਕ ਕਹਿੰਦੇ ਹਨ, ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਇਸ ਲਈ ਤਾਂ ਉਹਨੂੰ ਹੁਕਮੀ ਹੁਕਮ ਕਹਿ ਰਹੇ ਹਨ, ਕਿਉਂਕਿ ਉਹਦਾ ਹੁਕਮ ਆਉਂਦਾ ਹੈ। ਤੁਹਾਡੇ ਹਿਰਦੇ 'ਚ ਦੱਬਿਆ ਹੋਇਆ ਜਿਹੜਾ ਅੰਤੇਕਰਨ ਹੈ, ਉਹਦੀ ਆਵਾਜ਼ ਦਾ ਯੰਤਰ ਹੈ, ਉੱਥੋਂ ਉਹ ਬੋਲਦਾ ਹੈ। ਕੁਝ ਵੀ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਪਹਿਲਾਂ ਉਸਦੀ ਆਵਾਜ਼ ਸੁਣ ਲੈਣਾ। ਜੇਕਰ ਤੁਸੀਂ ਉਹਦੀ ਆਵਾਜ਼ ਦੇ ਅਨੁਸਾਰ ਚੱਲੇ ਤਾਂ ਤੁਹਾਡੇ ਜੀਵਨ 'ਚ ਆਨੰਦ ਦੀ ਅਪਰੰਪਾਰ ਵਰਖਾ ਹੋਏਗੀ। ਜੇ ਤੁਸੀਂ ਉਹਦੇ ਉਲਟ ਚੱਲੇ ਤਾਂ ਤੁਸੀਂ ਨਰਕ ਆਪਣੇ ਹੱਥੀਂ ਉਸਾਰ ਲਓਗੇ। ਜੇਕਰ ਤੁਸੀਂ ਆਵਾਜ਼ ਨਾ ਸੁਣੀ ਤਾਂ ਤੁਸੀਂ ਪਿੱਠ ਕਰ ਲਈ। ਤੁਸੀਂ ਵੱਡਾ ਖਤਰਨਾਕ ਕਦਮ ਚੁੱਕ ਰਹੇ ਹੋ। ਕੁਝ ਵੀ ਕਰਨ ਤੋਂ ਪਹਿਲਾਂ, ਕੁਝ ਵੀ ਨਿਰਣਾ ਲੈਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਉਹਦੇ ਕੋਲੋਂ ਪੁੱਛ ਲੈਣਾ। ਇਹੀ ਤਾਂ ਸਾਰੇ ਧਿਆਨ ਦਾ ਸੂਤਰ ਹੈ ਕਿ ਪਹਿਲਾਂ ਅਸੀਂ ਪੁੱਛਾਂਗੇ, ਪਹਿਲਾਂ ਅਸੀਂ ਹੁਕਮ ਲਵਾਂਗੇ, ਫਿਰ ਅਸੀਂ ਚੱਲਾਂਗੇ। ਇੱਕ ਵੀ ਕਦਮ ਅਸੀਂ ਬਿਨਾਂ ਹੁਕਮ ਤੋਂ ਨਹੀਂ ਪੁੱਟਾਂਗੇ। ਅੱਖਾਂ ਬੰਦ ਕਰਕੇ ਉਸਦੀ ਆਵਾਜ਼ ਪਹਿਲਾਂ ਸੁਣ ਲਵਾਂਗੇ ਤੇ ਅਸੀਂ ਆਪਣੀ ਆਵਾਜ਼ ਨਾਲ ਨਹੀਂ ਤੁਰਾਂਗੇ, ਉਹਦੀ ਆਵਾਜ਼ ਨਾਲ ਤੁਰਾਂਗੇ। ਹੋਰ ਇੱਕ ਵਾਰ ਤੁਹਾਨੂੰ ਇੱਕ ਕੁੰਜੀ ਮਿਲ ਜਾਏ ਤਾਂ ਇਹ ਕੁੰਜੀ ਅਨੰਤ ਦੁਆਰ ਖੋਲ ਦਿੰਦੀ ਹੈ।
ਇਹ ਕੁੰਜੀ ਤੁਹਾਡੇ ਅੰਦਰ ਹੈ, ਹਰ ਬੱਚਾ ਲੈ ਕੇ ਆਉਂਦਾ ਹੈ। ਪਰ ਬੁੱਧੀ ਦਾ ਅਸੀਂ ਵਿਕਾਸ ਕਰਵਾਉਂਦੇ ਹਾਂ, ਅੰਤੇਕਰਨ ਦਾ ਕੋਈ ਵਿਕਾਸ ਨਹੀਂ। ਕੌਨਸ਼ੀਅਸ ਅੰਤੇਕਰਨ ਅਧੂਰਾ ਰਹਿ ਜਾਂਦਾ ਹੈ, ਅਵਿਕਸਿਤ ਰਹਿ ਜਾਂਦਾ ਹੈ। ਅਤੇ ਉਹਦੇ ਉੱਪਰ ਅਸੀਂ ਬੁੱਧੀ ਦੇ ਇੰਨੇ ਵਿਚਾਰ ਥੋਪ ਦਿੰਦੇ ਹਾਂ, ਇੰਨੀ ਮੋਟੀ ਪਰਤ ਚੜ੍ਹਾ ਦਿੰਦੇ ਹਾਂ ਕਿ ਆਵਾਜ਼ ਗੂੰਜਦੀ ਵੀ ਰਹੇ ਤਾਂ ਵੀ ਸਾਨੂੰ ਪਤਾ ਨਹੀਂ ਲੱਗਦਾ। ਅੰਦਰ ਦੀ ਇਸ ਆਵਾਜ਼ ਨੂੰ ਸੁਣਨ ਦੀ ਕਲਾ ਹੀ ਧਿਆਨ ਹੈ। ਉਸ ਦੇ ਹੁਕਮ ਦਾ ਪਤਾ ਲਾਉਣਾ ਜ਼ਰੂਰੀ ਹੈ। ਉਹ ਕੀ ਚਾਹੁੰਦਾ ਹੈ, ਉਹਦੀ ਕੀ ਮਰਜ਼ੀ ਹੈ। ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ ਤੇ ਨਾਨਕ ਕਹਿੰਦੇ ਹਨ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਬੇਪਰਵਾਹ। ਨਾਨਕ ਕਹਿੰਦੇ ਹਨ ਉਹ ਬੇਪਰਵਾਹ ਹੈ, ਆਨੰਦਿਤ ਹੈ। ਇੱਕ ਤਾਂ ਪਰਵਾਹ ਦਾ ਅਰਥ ਹੁੰਦਾ ਹੈ ਚਿੰਤਾ। ਉਹ ਤੁਹਾਨੂੰ ਦੇਈ ਜਾਂਦਾ ਹੈ, ਦੇ ਕੇ ਕੋਈ ਉਮੀਦ ਨਹੀਂ ਕਰਦਾ, ਕੋਈ ਜਵਾਬ ਨਹੀਂ ਚਾਹੁੰਦਾ, ਆਵਾਜ਼ ਦੇਈ ਜਾਂਦਾ ਹੈ। ਤੁਸੀਂ ਸੁਣੋ ਜਾਂ ਨਾ ਸੁਣੋ, ਦੇਈ ਜਾਂਦਾ ਹੈ। ਪਰਵਾਹ ਨਹੀਂ ਕਰਦਾ ਇਸ ਗੱਲ ਦੀ ਕਿ ਤੁਸੀਂ ਨਹੀਂ ਸੁਣ ਰਹੇ ਹੋ, ਬੰਦ ਕਰੋ, ਬਹੁਤ ਹੋ ਗਿਆ, ਇਸ ਆਦਮੀ ਨੂੰ ਹਟਾ ਦਿਓ। ਪਰਮਾਤਮਾ ਨੂੰ ਤੁਸੀਂ ਚਿੰਤਾ 'ਚ ਨਹੀਂ ਪਾ ਸਕਦੇ। ਇਸ ਲਈ ਜਿਸ ਮਨੁੱਖ ਨੂੰ ਪਰਮਾਤਮਾ ਦੀ ਪ੍ਰਤੀਤੀ ਹੋਣ ਲੱਗਦੀ ਹੈ, ਤੁਸੀਂ ਉਹਨੂੰ ਵੀ ਚਿੰਤਾ 'ਚ ਨਹੀਂ ਪਾ ਸਕਦੇ। He'll be both simultaneously concerned and unconcerned. ਉਹ ਤੁਹਾਡੀ ਪਰਵਾਹ ਵੀ ਕਰੇਗਾ ਤੇ ਬੇਪਰਵਾਹ ਵੀ ਹੋਏਗਾ। ਤੁਸੀਂ ਉਹਨੂੰ ਚਿੰਤਾ 'ਚ ਨਹੀਂ ਪਾ ਸਕਦੇ। ਇੱਧਰ ਮੈਂ ਹਾਂ, ਪਤਾ ਨਹੀਂ ਕਿੰਨਿਆਂ ਲੋਕਾਂ ਦੀ ਪਰਵਾਹ ਕਰਦਾ ਹਾਂ, ਫਿਰ ਵੀ ਬੇਪਰਵਾਹ ਹਾਂ। ਤੁਸੀਂ ਆਉਂਦੇ ਹੋ ਆਪਣਾ ਦੁੱਖ ਲੈ ਕੇ, ਮੈਂ ਪੂਰੀ ਪਰਵਾਹ ਕਰਦਾ ਹਾਂ, ਲੇਕਿਨ ਉਸ ਦੇ ਨਾਲ ਤੁਸੀਂ ਮੈਨੂੰ ਚਿੰਤਤ ਨਹੀਂ ਕਰ ਸਕਦੇ। ਤੁਹਾਡੇ ਦੁੱਖ ਨਾਲ ਮੈਂ ਦੁਖੀ ਨਹੀਂ ਹੋ ਜਾਂਦਾ, ਕਿਉਂਕਿ ਜੇਕਰ ਤੁਹਾਡੇ ਦੁੱਖ ਨਾਲ ਮੈਂ ਦੁਖੀ ਹੋ ਜਾਵਾਂ ਤਾਂ ਫਿਰ ਮੈਂ ਤੁਹਾਡਾ ਸਾਥ ਹੀ ਨਹੀਂ ਦੇ ਸਕਾਂਗਾ। ਜ਼ਰੂਰੀ ਹੈ ਕਿ ਮੈਂ ਤੁਹਾਡੇ ਦੁੱਖ ਨੂੰ ਹਮਦਰਦੀ ਨਾਲ ਸਮਝਾਂ, ਤੁਹਾਡੇ ਦੁੱਖ ਵਾਸਤੇ ਉਪਾਅ ਕਰਾਂ, ਉਪਾਅ ਸੋਚਾਂ, ਲੇਕਿਨ ਪਰਵਾਹ ਮੈਨੂੰ ਪੈਦਾ ਨਾ ਹੋਵੇ, ਤੁਹਾਡੀ ਚਿੰਤਾ ਮੈਨੂੰ ਨਾ ਫੜੇ। ਤੇ ਇਹ ਵੀ ਜ਼ਰੂਰੀ ਹੈ ਕਿ ਕੱਲ੍ਹ ਜੋ ਮੈਂ ਤੁਹਾਨੂੰ ਦੱਸਿਆ ਹੈ ਕਿ ਉਹ ਨਾ ਕਰਕੇ ਆਓ, ਤਾਂ ਮੇਰੇ 'ਚ ਨਾਰਾਜ਼ਗੀ ਨਾ ਆਵੇ ਕਿ ਮੈਂ ਇੰਨੀ ਪਰਵਾਹ ਕੀਤੀ ਤੇ ਤੁਸੀਂ ਨਹੀਂ ਕੀਤਾ। ਤੁਸੀਂ ਜਦ ਆਓ ਕੱਲ੍ਹ ਬਿਨਾਂ ਕੀਤੇ ਅਤੇ ਆਓਗੇ ਹੀ ਬਿਨਾਂ ਕੀਤੇ, ਤਾਂ ਫਿਰ ਤੁਹਾਡੀ ਪਰਵਾਹ ਕਰਾਂ, ਲੇਕਿਨ ਮੈਂ ਬੇਪਰਵਾਹ ਰਹਾਂ। ਪਰਮਾਤਮਾ ਨੂੰ ਸਾਰੇ ਸੰਸਾਰ ਦੀ ਪਰਵਾਹ ਹੈ ਤੇ ਬੇਪਰਵਾਹ ਹੈ। ਉਹ ਸਦਾ ਰਾਜ਼ੀ ਹੈ ਤੁਹਾਨੂੰ ਉਠਾਉਣ ਲਈ, ਲੇਕਿਨ ਕਿਸੇ ਕਾਹਲੀ 'ਚ ਨਹੀਂ ਹੈ। ਤੇ ਤੁਸੀਂ ਜੇਕਰ ਸੋਚਦੇ ਹੋ ਕੁਝ ਦੇਰ ਭਟਕਣ ਦਾ ਮਜ਼ਾ ਲੈਣਾ ਤਾਂ ਉਹ ਬੇਪਰਵਾਹ ਹੈ। ਉਸ ਦੀ ਪਰਵਾਹ ਦਾ ਅੰਤ ਨਹੀਂ ਹੈ, ਲੇਕਿਨ ਉਸ ਦੀ ਪਰਵਾਹ ਬੇਲਾਗ ਹੈ। ਇਸ ਲਈ ਤਾਂ ਉਹ ਆਨੰਦ ਵਿੱਚ ਹੈ, ਨਹੀਂ ਤਾਂ ਹੁਣ ਤੱਕ ਕਿਹੜੀ ਹਾਲਤ ਵਿੱਚ ਹੋ ਜਾਂਦਾ, ਪਾਗਲ ਹੋ ਜਾਂਦਾ। ਤੁਸੀਂ ਸੋਚੋ ਤੁਹਾਡੇ ਵਰਗੇ ਕਿੰਨੇ ਲੋਕੀ, ਕਿੰਨੇ ਤਰ੍ਹਾਂ ਦੇ ਉਪੱਦਰ, ਤੇ ਪਰਮਾਤਮਾ ਇੱਕ ਤੇ ਤੁਸੀਂ ਅਨੇਕ। ਤੁਸੀਂ ਉਹਨੂੰ ਕਦੋਂ ਦਾ ਪਾਗਲ ਕਰ ਦਿੱਤਾ ਹੁੰਦਾ। ਅਸਤਿਤਵ ਬੇਪਰਵਾਹ ਹੋਵੇ ਤਾਂ ਹੀ ਪਾਗਲ ਹੋਣ ਤੋਂ ਬਚ ਸਕਦਾ ਹੈ, ਲੇਕਿਨ ਬੇਪਰਵਾਹ ਦਾ ਅਰਥ ਇਨਡਿਫਰੈਨਮ ਨਹੀਂ ਹੈ, ਬੇਪਰਵਾਹੀ ਨਹੀਂ ਹੈ। ਇਹ ਬਹੁਤ ਬਾਰੀਕ ਹੈ। ਤੁਹਾਡੇ ਲਈ ਪੂਰੀ ਦੀ ਪੂਰੀ ਕੋਸ਼ਿਸ਼ ਹੈ ਤੁਹਾਨੂੰ ਬਦਲਣ ਦੀ, ਰੂਪਾਂਤਰਿਤ ਕਰਨ ਤੇ ਉਠਾਉਣ ਦਾ ਪੂਰਾ ਭਾਵ ਹੈ। ਪਰ ਭਾਵ ਜ਼ਬਰਦਸਤੀ ਤੋਂ ਬਿਨਾਂ ਹੈ। ਉਹ ਜ਼ਬਰਦਸਤੀ ਨਹੀਂ ਕਰੇਗਾ, ਉਹ ਇੰਤਜ਼ਾਰ ਕਰੇਗਾ। ਇਵੇਂ ਜਿਵੇਂ ਸੂਰਜ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਕਿਰਨਾਂ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੀਆਂ ਹਨ ਤੇ ਤੁਸੀਂ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਹੋ, ਤਾਂ ਸੂਰਜ ਜ਼ਬਰਦਸਤੀ ਨਹੀਂ ਵੜੇਗਾ, ਰੁਕੇਗਾ। ਤੇ ਇਵੇਂ ਵੀ ਨਹੀਂ ਕਿ ਨਾਰਾਜ਼ ਹੋ ਕੇ ਮੁੜ ਜਾਏ, ਇਸ ਆਦਮੀ ਦਾ ਦਰਵਾਜ਼ਾ ਬੰਦ ਹੈ, ਚਲੋ ਹੁਣ ਕਦੇ ਇੱਥੇ ਨਹੀਂ ਆਵਾਂਗਾ। ਰੁਕੇਗਾ, ਤੁਸੀਂ ਜਦ ਦਰਵਾਜ਼ਾ ਖੋਲੋਗੇ ਅੰਦਰ ਆ ਜਾਏਗਾ। ਪਰਮਾਤਮਾ ਤੁਹਾਡੇ ਲਈ ਚਿੰਤਤ ਹੈ, ਕੁਦਰਤ ਤੁਹਾਡੇ ਲਈ ਚਿੰਤਿਤ ਹੈ, ਹੋਵੇਗੀ ਹੀ, ਕਿਉਂਕਿ ਕੁਦਰਤ ਤੁਹਾਨੂੰ ਜਨਮ ਦਿੰਦੀ ਹੈ, ਕੁਦਰਤ ਤੁਹਾਨੂੰ ਵਿਕਸਿਤ ਕਰਦੀ ਹੈ। ਕੁਦਰਤ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ।
ਕੁਦਰਤ ਦੀਆਂ ਤੁਹਾਡੇ ਪ੍ਰਤੀ ਬਹੁਤ ਉਮੀਦਾਂ ਹਨ। ਕੁਦਰਤ ਤੁਹਾਡੇ ਅੰਦਰੋਂ ਚੇਤਨ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਕੁਦਰਤ ਤੁਹਾਡੇ ਅੰਦਰੋਂ ਬੁੱਧਤਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਮਾਤਮਾ ਤੁਹਾਡੇ ਅੰਦਰ ਕੁਝ ਫੁੱਲ ਉਗਾਉਣ ਦੇ ਯਤਨ 'ਚ ਲੱਗਿਆ ਹੈ। ਪਰ ਜੇਕਰ ਤੁਸੀਂ ਦੇਰੀ ਕਰ ਰਹੇ ਹੋ ਤਾਂ ਉਸ ਦੇ ਨਾਲ ਉਹ ਚਿੰਤਿਤ ਨਹੀਂ ਹੋਏਗਾ, ਪਰੇਸ਼ਾਨ ਨਹੀਂ ਹੋਏਗਾ, ਉਹ ਬੇਲਾਗ ਰਹੇਗਾ। ਤੁਸੀਂ ਉਹਦੀ ਨਾ ਸੁਣੋਗੇ, ਨਾ ਸੁਣੋਗੇ, ਨਾ ਸੁਣੋਗੇ ਤੇ ਭਟਕੋਗੇ। ਹੋਰ ਸਭ ਕਰੋਗੇ ਸਿਵਾਏ ਉਹਦੀ ਸੁਣਨ ਤੋਂ। ਉਸ ਤੋਂ ਪੀੜਤ ਤੇ ਪਰੇਸ਼ਾਨ ਨਹੀਂ ਹੋਏਗਾ। ਜੇਕਰ ਤੁਸੀਂ ਦੋਵੇਂ ਗੱਲਾਂ ਇਕੱਠੀਆਂ ਸਮਝ ਸਕੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਕੁਦਰਤ ਆਨੰਦ ਨਾਲ ਭਰੀ ਹੈ, ਪਰਮਾਤਮਾ ਆਨੰਦ ਹੈ। ਨਾਨਕ ਕਹਿੰਦੇ ਹਨ, ਹੁਕਮੀ ਹੁਕਮ ਚਲਾਏ ਰਾਹ, ਦਿੰਦਾ ਹੈ ਹੁਕਮ ਰਾਹ ਦੱਸਦਾ ਹੈ, ਫਿਰ ਵੀ ਨਾਨਕ ਵਿਗਸੈ ਬੇਪਰਵਾਹ। ਫਿਰ ਵੀ ਬੇਪਰਵਾਹ ਹੈ ਤੇ ਪਰਮ ਆਨੰਦ ਵਿੱਚ ਫਲਦਾ ਫੁੱਲਦਾ ਰਹਿੰਦਾ ਹੈ, ਉਸਦਾ ਫੁੱਲ ਖਿੜਿਆ ਰਹਿੰਦਾ ਹੈ। ਸਾਡੇ ਲਈ ਔਖਾ ਹੈ ਕਿਉਂਕਿ ਦੋ ਗੱਲਾਂ ਸਾਨੂੰ ਸੌਖੀਆਂ ਦਿਸਦੀਆਂ ਹਨ। ਜਾਂ ਤਾਂ ਅਸੀਂ ਪਰਵਾਹ ਕਰਦੇ ਹਾਂ ਤਾਂ ਚਿੰਤਾ ਪੈਦਾ ਹੁੰਦੀ ਹੈ, ਜੇ ਪਰਵਾਹ ਛੱਡ ਦਈਏ ਤਾਂ ਚਿੰਤਾ ਛੁੱਟ ਜਾਂਦੀ ਹੈ। ਇਸ ਲਈ ਤਾਂ ਅਸੀਂ ਸੰਸਾਰ ਤੇ ਸੰਨਿਆਸ ਨੂੰ ਵੱਖਰਾ ਵੱਖਰਾ ਕਰ ਲਿਆ ਹੈ। ਕਿਉਂਕਿ ਜੇਕਰ ਘਰ 'ਚ ਰਹੋਗੇ, ਪਰਵਾਹ ਕਰੋਗੇ ਤਾਂ ਪਰਵਾਹ ਕਰਦੇ ਹੋਏ ਬੇਪਰਵਾਹ ਕਿਵੇਂ ਹੋਵੋਗੇ? ਪਤਨੀ ਦੀ ਫਿਕਰ ਹੋਏਗੀ, ਬਿਮਾਰ ਹੋਏਗੀ ਤਾਂ ਚਿੰਤਾ ਫੜੇਗੀ, ਰਾਤੀ ਸੌਂ ਨਾ ਸਕੋਗੇ। ਬੱਚਾ ਰੋਗੀ ਹੋਏਗਾ ਤਾਂ ਫਿਕਰ ਹੋਏਗੀ, ਚਿੰਤਾ ਫੜੇਗੀ। ਇਲਾਜ ਕਰਨਾ ਪਏਗਾ ਤੇ ਨਹੀਂ ਠੀਕ ਹੋਇਆ ਤਾਂ ਪੀੜਾ ਹੋਏਗੀ। ਤਾਂ ਅਸੀਂ ਭੱਜ ਜਾਂਦੇ ਹਾਂ। ਨਾ ਵੀ ਖਾਈ ਪੈਣਗੇ ਤਾਂ ਪਤਨੀ ਬੱਚੇ ਭੁੱਲ ਜਾਣਗੇ। ਜਿਹੜਾ ਅੱਖਾਂ ਤੋਂ ਓਹਲੇ ਹੋਇਆ ਉਹ ਚਿੱਤ ਤੋਂ ਵੀ ਭੁੱਲ ਜਾਂਦਾ ਹੈ। ਤਾਂ ਪਹਾੜਾਂ 'ਤੇ ਭੱਜ ਜਾਂਦੇ ਹਨ, ਪਿੱਠ ਕਰ ਲੈਂਦੇ ਹਨ। ਹੌਲੀ ਹੌਲੀ ਵਿਸਮਰਤੀ ਭੁੱਲ ਜਾਣਾ ਹੋ ਜਾਏਗੀ। ਦੋ ਗੱਲਾਂ ਸਾਨੂੰ ਵਿਖਾਈ ਦਿੰਦੀਆਂ ਹਨ। ਜੇਕਰ ਅਸੀਂ ਸੰਸਾਰ 'ਚ ਰਹਾਂਗੇ ਤਾਂ ਪਰਵਾਹ ਕਰਾਂਗੇ, ਪਰਵਾਹ ਕਰਾਂਗੇ ਤਾਂ ਚਿੰਤਾ ਹੋਏਗੀ। ਚਿੰਤਾ ਵਿੱਚ ਆਨੰਦ ਦਾ ਕੋਈ ਉਪਾਅ ਨਹੀਂ, ਤਾਂ ਫਿਰ ਅਸੀਂ ਇਵੇਂ ਕਰਾਂਗੇ, ਬੇਪਰਵਾਹ ਹੋ ਜਾਵਾਂਗੇ, ਛੱਡ ਕੇ ਭੱਜ ਜਾਵਾਂਗੇ। ਉੱਥੇ ਚਿੰਤਾ ਨਹੀਂ ਹੋਏਗੀ ਤਾਂ ਆਨੰਦ ਦੀ ਸੰਭਾਵਨਾ ਵਧੇਗੀ। ਲੇਕਿਨ ਇਹ ਪਰਮਾਤਮਾ ਦਾ ਰਾਹ ਨਹੀਂ। ਇਸ ਲਈ ਨਾਨਕ ਗ੍ਰਸਥੀ ਬਣੇ ਰਹੇ ਤੇ ਸੰਨਿਆਸੀ ਵੀ, ਫਿਕਰ ਵੀ ਕਰਦੇ ਰਹੇ ਤੇ ਬੇਫਿਕਰੀ ਵੀ। ਤੇ ਇਹੀ ਕਲਾ ਹੈ, ਇਹੀ ਸਾਧਨਾ ਹੈ ਕਿ ਤੁਸੀਂ ਚਿੰਤਾ ਵੀ ਪੂਰੀ ਲੈਂਦੇ ਹੋ ਤੇ ਨਿਸ਼ਚਿੰਤ ਬਣੇ ਰਹਿੰਦੇ ਹੋ। ਬਾਹਰ ਬਾਹਰ ਸਭ ਕੁਝ ਕਰਦੇ ਹੋ, ਅੰਦਰ ਅੰਦਰ ਕੁਝ ਨਹੀਂ ਛੂੰਹਦਾ। ਪੁੱਤਰ ਦੀ ਫਿਕਰ ਲੈਂਦੇ ਹੋ, ਪੜ੍ਹਾਉਂਦੇ ਹੋ, ਵਿਗੜ ਜਾਏ ਤਾਂ, ਨਾ ਪੜ੍ਹ ਸਕੇ ਤਾਂ, ਹਾਰ ਜਾਏ ਤਾਂ ਇਸ ਦੇ ਨਾਲ ਚਿੰਤਾ ਪੈਦਾ ਨਹੀਂ ਹੁੰਦੀ। ਜਦ ਤੱਕ ਤੁਸੀਂ ਦੋਹਾਂ ਨੂੰ ਜੋੜ ਨਾ ਦਿਓ, ਸੰਸਾਰ 'ਚ ਰਹਿੰਦੇ ਹੋਏ ਸੰਨਿਆਸਤ ਨਾ ਹੋ ਜਾਓ, ਤਦ ਤੱਕ ਤੁਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕੋਗੇ। ਕਿਉਂਕਿ ਪਰਮਾਤਮਾ ਦਾ ਢੰਗ ਇਹੀ ਹੈ, ਉਹ ਸੰਸਾਰ 'ਚ ਲੁਕਿਆ ਹੋਇਆ ਹੈ ਤੇ ਸੰਨਿਆਸਤ ਹੈ। ਜਿਹੜਾ ਉਸਦਾ ਢੰਗ ਹੈ, ਛੋਟੀ ਮਾਤਰਾ 'ਚ ਉਹੀ ਢੰਗ ਤੁਹਾਡਾ ਚਾਹੀਦਾ ਹੈ, ਤਦ ਹੀ ਤੁਸੀਂ ਉਸ ਤੱਕ ਪੁੱਜ ਸਕੋਗੇ। ਬੱਚਾ ਬਿਮਾਰ ਹੈ, ਦਵਾਈ ਦਿਓ, ਪੂਰੀ ਚਿੰਤਾ ਲਓ, ਲੇਕਿਨ ਚਿੰਤਿਤ ਹੋਣ ਦੀ ਕੀ ਜ਼ਰੂਰਤ ਹੈ? ਪੂਰੀ ਫਿਕਰ ਕਰੋ, ਪਰਵਾਹ ਪੂਰੀ ਕਰੋ, ਲੇਕਿਨ ਇਸ ਦੇ ਨਾਲ ਅੰਦਰ ਦੀ ਬੇਪਰਵਾਹੀ ਨੂੰ ਮਿਟਾਉਣ ਦਾ ਕੀ ਕਾਰਨ ਹੈ? ਬਾਹਰ ਬਾਹਰ ਸੰਸਾਰ 'ਚ, ਅੰਦਰ ਅੰਦਰ ਪਰਮਾਤਮਾ ਵਿੱਚ। ਪ੍ਰਿਧੀ ਪ੍ਰਭਾ ਮੰਡਲ ਛੂੰਹਦੀ ਰਹੇ, ਸੰਸਾਰ ਨੂੰ ਕੇਂਦਰ ਬਣਿਆ ਰਹੇ, ਅਛੂਤਾ ਇਹੀ ਸਾਰ ਹੈ। ਇਸ ਲਈ ਨਾਨਕ ਤੋਂ ਲੋਕ ਬਹੁਤ ਪਰੇਸ਼ਾਨ ਸੀ, ਕਿਉਂਕਿ ਉਹ ਤਾਂ ਸੀ ਗ੍ਰਸਥੀ ਤੇ ਕੱਪੜੇ ਲੱਤੇ ਪਾ ਲਏ ਸਨ ਸੰਨਿਆਸੀਆਂ ਵਰਗੇ। ਲੋਕ ਸਮਝ ਹੀ ਨਹੀਂ ਸਕਦੇ ਸੀ ਕਿ ਮਾਮਲਾ ਕੀ ਹੈ। ਹਿੰਦੂ ਪੁੱਛਦੇ, ਤੁਸੀਂ ਗ੍ਰਸਥੀ ਹੋ ਕਿ ਸੰਨਿਆਸੀ? ਤੁਸੀਂ ਗੱਲਾਂ ਸੰਨਿਆਸੀਆਂ ਵਾਂਗੂ ਕਰਦੇ ਹੋ, ਤੁਹਾਡਾ ਰੰਗ ਢੰਗ ਸੰਨਿਆਸੀਆਂ ਵਾਲਾ ਹੈ। ਫਿਰ ਘਰ ਬੱਚੇ ਪਤਨੀ ਹੈ, ਤੁਸੀਂ ਮੁੜ ਕੇ ਘਰ ਵੀ ਪਰਤ ਜਾਂਦੇ ਹੋ, ਬੱਚਾ ਵੀ ਹੋਇਆ,
ਪਿੰਡ ਮੁੜ ਕੇ ਤੁਸੀਂ ਖੇਤੀਬਾੜੀ ਵੀ ਕਰਦੇ ਹੋ। ਤੁਸੀਂ ਕਿਸ ਤਰ੍ਹਾਂ ਦੇ ਸੰਨਿਆਸੀ ਹੋ? ਚੇਤੇ ਰਹੇ, ਉਹੀ ਉਹਨਾਂ ਤੋਂ ਮੁਸਲਮਾਨ ਪੁੱਛਦੇ ਕਿ ਤੁਹਾਡਾ ਭੇਸ ਤਾਂ ਫਕੀਰੀ ਦਾ ਹੈ, ਫਿਰ ਤੁਸੀਂ ਘਰ ਗ੍ਰਸਤੀ ਛੱਡ ਕਿਉਂ ਨਹੀਂ ਦਿੱਤੀ? ਅਨੇਕ ਥਾਵਾਂ ਤੇ ਅਨੇਕ ਗੁਰੂਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਭ ਕੁਝ ਛੱਡ ਕੇ ਸਾਡੇ ਚੇਲੇ ਬਣ ਜਾਓ, ਛੱਡ ਦਿਓ ਸਾਰਾ ਕੁਝ। ਲੇਕਿਨ ਨਾਨਕ ਨੂੰ ਉਸ ਮਾਮਲੇ 'ਚ ਕਦੇ ਵੀ ਫਰਕ ਨਹੀਂ ਪਿਆ। ਉਹ ਸਾਰਿਆਂ ਦੇ ਵਿਚਕਾਰ ਰਹਿੰਦੇ ਹੋਏ ਸਾਰਿਆਂ ਤੋਂ ਬਾਹਰ ਰਹਿਣ ਦੀ ਕਲਾ ਹੀ ਸਾਧਦੇ ਰਹੇ, ਅਤੇ ਉਹੀ ਪਰਮਾਤਮਾ ਦਾ ਢੰਗ ਹੈ, ਉਹੀ ਸਾਧਕ ਦਾ ਢੰਗ ਹੋਣਾ ਚਾਹੀਦਾ ਹੈ। ਮੇਰੇ ਕੋਲ ਲੋਕ ਆਉਂਦੇ ਹਨ, ਉਹ ਕਹਿੰਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ? ਗ੍ਰਸਤੀਆਂ ਨੂੰ ਸੰਨਿਆਸੀਆਂ ਦੇ ਕੱਪੜੇ ਪਵਾ ਰਹੇ ਹੋ। ਪਰਮਾਤਮਾ ਦਾ ਢੰਗ ਇਹੀ ਹੈ, ਉਹ ਇਸ ਸੰਸਾਰ ਵਿੱਚ ਹੈ ਤੇ ਨਹੀਂ, ਤੇ ਇਹੀ ਹੁਕਮੀ ਹੁਕਮ ਚਲਾਏ ਰਾਹੋ। ਨਾਨਕ ਵਿਕਸੈ ਵੇ ਪਰਵਾਹ। ਵਿਕਾਸ ਕਰ ਰਿਹਾ ਹੈ, ਆਨੰਦਿਤ ਹੋ ਰਿਹਾ ਹੈ, ਪ੍ਰਫੁੱਲਿਤ ਹੋ ਰਿਹਾ ਹੈ, ਫੁੱਲ ਦੇ ਵਾਂਗ ਖਿੜ ਰਿਹਾ ਹੈ, ਫਿਰ ਵੀ ਕੋਈ ਪਰਵਾਹ ਨਹੀਂ। ਫਿਕਰ ਕਰਦਾ ਹੈ ਤੁਹਾਡੀ, ਪਰ ਚਿੰਤਿਤ ਨਹੀਂ ਹੈ। ਇਸ ਦੀ ਤੁਸੀਂ ਥੋੜ੍ਹੀ ਵਰਤੋਂ ਕਰੋਗੇ ਤਾਂ ਸਮਝ ਨਹੀਂ ਵਿੱਚ ਆ ਸਕੇਗਾ। ਇਹਨੂੰ ਥੋੜ੍ਹਾ ਜੀਵਨ 'ਚ ਵਰਤੋ। ਦੁਕਾਨ ਜਾਓ, ਕੰਮ ਕਰੋ, ਪਰ ਦੂਰ ਵੀ ਬਣੇ ਰਹੋ। ਤੁਹਾਡਾ ਕੰਮ ਤੇ ਤੁਹਾਡੇ ਹੋਣ ਵਿੱਚ ਇੱਕ ਫਾਸਲਾ ਬਣਿਆ ਰਹੇ। ਕੰਮ ਅਭਿਨੈ ਐਕਟਿੰਗ ਹੋ ਜਾਏ, ਨਾਟਕ ਹੋ ਜਾਏ, ਲੀਲਾ ਹੋ ਜਾਏ। ਤੁਸੀਂ ਕਰਤਾ ਨਾ ਰਹੋ, ਬਸ ਸੂਤਰ ਸਦ ਗਿਆ। ਤੁਸੀਂ ਅਭਿਨੇਤਾ ਹੋ ਜਾਓ। ਅਭਿਨੈ ਦੀ ਕਲਾ ਤੁਹਾਡੇ ਜੀਵਨ ਦਾ ਪੂਰਾ ਸਾਰ ਬਣ ਜਾਏ, ਕਿਉਂਕਿ ਉਹੀ ਪਰਮਾਤਮਾ ਦੇ ਹੋਣ ਦਾ ਢੰਗ ਹੈ, ਉਹੀ ਤੁਹਾਡਾ ਸਾਧਨਾ ਪੱਥ ਹੋਏਗਾ। ਅੱਜ ਇੰਨਾ ਹੀ। ਧੰਨਵਾਦ, ਧੰਨਵਾਦ।